बच्चे अज असी ईवीएस का चैप्टर 8 रीड करांगे। जर्नी ऑफ सीड, बीज का सफर। शुगर कैन वाज बीइंग प्लांटेड इन द फील्ड। गन्ना खेत विच बीजिया जा रहा सी। माई मदर प्रिपेयर्ड मील फॉर द वर्कर। मेरे माता जी कामिया लई खाना बना रहे सन। माई नैफ्यू सुखमन एंड आई टुक मील टू द फील्ड। मेरा भतीजा सुखमन अते मैं खेतां नूं खाना लैके गए। द डिश मेड फ्रॉम चना ग्राम वाज वैरी टेस्टी। चने तो बनी हुई डिश बहुत ही स्वादिष्ट सी। एवरी वन एट अप टू हिज फिल। सारिਆਂ ने जी भर के खाधा ते कुछ समय आराम किया। आफ्टर सम टाइम कुछ समय बाद माई एल्डर ब्रदर मेरा वड्डा भरा सुखमन फादर सुखमन के पिता जी प्रिपेयर टी ने चाह बनाई। वी ऑल टुक टी एंड स्टार्टड द प्लांटेशन अगेन। असी सारिਆਂ ने चाह लई अते दोबारा पौधे लगाना शुरू किए। स्मॉल पीसिस ऑफ शुगर कैन वर बीइंग प्लांटेड इन द फील्ड। गन्ने ਦੇ छोटे छोटे कणां ਨੂੰ खेत विच बीजिया लगाया जा रहा सी। एल्डर ब्रदर was sowing gram seeds in between the sugar cane plants। ਵੱਡਾ ਭਰਾ ਗੰਨੇ ਦੇ ਪਲਾਂਟ ਦੇ ਪੌਦਿਆਂ ਦੇ ਵਿਚਕਾਰ ਚਣੇ ਦੇ ਬੀਜ ਰਿਹਾ ਸੀ। ਸੁਖਮਨ ਵਾਸ ਸਰਪ੍ਰਾਈਜ਼ ਟੂ ਸੀ ਇਟ। ਸੁਖਮਨ ਇਹ ਵੇਖ ਕੇ ਬਹੁਤ ਹੈਰਾਨ ਸੀ। ਪਾਪਾ ਗ੍ਰਾਮਸ ਆਰ ਫॉर ਈਟਿੰਗ। ਕਹਿੰਦੇ ਕਿ ਪਾਪਾ ਛੋਲੇ ਤਾਂ ਅਸੀਂ ਖਾਂਦੇ ਹਾਂ। ਵਾਈ ਆਰ ਯੂ ਸੋਇੰਗ ਦਾ ਗ੍ਰਾਮ ਇਨ ਦਾ ਸੋਇਲ। ਤੁਸੀਂ ਉਹਨਾਂ ਨੂੰ ਖੇਤਾਂ ਵਿੱਚ ਕਿਉਂ ਬੀਜ ਰਹੇ ਹੋ। ਮਾਈ ਸਨ मेरे बेटे ग्राम्स कैन बी यूज्ड एज सीड फॉर न्यू क्रॉप्स एंड फूड एज वैल। कि मेरे बेटे ਜਿਹੜਾ ਚਨਾ ਹੈ ਉਹ ਨਵੀਂ ਫਸਲ ਦੇ ਬੀਜ ਦੇ ਤੌਰ ਤੇ ਖਾਣ ਲਈ ਵੀ ਵਰਤੋਂ ਵਿੱਚ ਲਿਆਇਆ ਜਾ ਸਕਦਾ ਹੈ। ਸੁਖਮਨ ਆਸਕ ਹੋਲਡਿੰਗ ਮਾਈ ਹੈਂਡ ਕੈਨ ਵੀ ਈਟ ਅਦਰ ਸੀਡਸ ਆਲਸੋ। ਕਿ ਅਸੀਂ ਹੋਰ ਵੀ ਬੀਜ ਖਾ ਸਕਦੇ ਹਾਂ। ਸੁਖਮਨ ਨੇ ਮੇਰਾ ਹੱਥ ਫੜਦੇ ਹੋਏ ਪੁੱਛਿਆ। ਯੈਸ ਮਾਈ ਸਨ। ਹਾਂ ਮੇਰੇ ਬੇਟੇ। ਦੇयर ਆਰ ਮੈਨੀ ਬਹੁਤ ਸਾਰੇ ਹਨ। ਯੂ ਕੈਨ ਸੀ ਸਮ ਸੀਡਸ ਇਨ ਅਵਰ ਕਿਚਨ ਲਾਈਕ ਜੀਰਾ। ਤੁਸੀਂ ਕੁਛ ਬੀਜ ਤਾਂ ਆਪਣੀ ਕਿਚਨ ਵਿੱਚ ਹੀ ਆਪਣੀ ਰਸੋਈ ਵਿੱਚ ਦੇਖੀ ਹੋਈ ਹੈ ਜਿਵੇਂ ਕਿ ਜੀਰਾ। ਸਮ ਸੀਡਸ ਆਰ ਯੂਜ਼ ਟੂ ਗੈਟ ਫਲੋਰ ਲਾਈਕ ਵੀਟ। ਕੁਛ ਬੀਜਾਂ ਤੋਂ ਆਟਾ ਪ੍ਰਾਪਤ ਹੁੰਦਾ ਹੈ ਜਿਵੇਂ ਕਿ ਕਣਕ। ਸੁਖਮਨ ਯੂ ਮਸਟ ਹੈਵ ਸੀਨ ਮਸਟਰਡ ਆਇਲ। ਸੁਖਮਨ ਤੁਸੀਂ ਸਰੋਂ ਦਾ ਤੇਲ ਵੀ ਵੇਖਿਆ ਹੋਊਗਾ। ਇਟ ਇਜ਼ ਐਕਸਟ੍ਰੈਕਟਡ ਫਰੋਮ ਮਸਟਰਡ ਆਇਲ। ਇਹ ਸਰੋਂ ਦੇ ਬੀਜਾਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਅੱਗੇ ਦੇਖੋ ਬੱਚੇ ਕੁਐਸਚਨ ਹੈ। ਵਿਦ ਦਾ ਹੈਲਪ ਆਫ ਯੂਅਰ ਫੈਮਿਲੀ ਮੈਂਬਰਸ ਕੰਪਲੀਟ ਦਾ ਫੋਲੋਇੰਗ ਲਿਸਟ। ਆਪਣੇ ਫੈਮਿਲੀ ਪਰਿਵਾਰਕ ਮੈਂਬਰਾਂ ਦੀ ਮਦਦ ਦੇ ਨਾਲ ਤੁਸੀਂ ਹੇਠ ਲਿਖੀ ਜਿਹੜੀ ਲਿਸਟ ਹੈ ਉਹਨੂੰ ਕਹਿੰਦੇ ਕੰਪਲੀਟ ਕਰੋ, ਪੂਰੀ ਕਰੋ। ਸੀਡਸ ਯੂਜ਼ਡ ਐਜ਼ ਸਪਾਈਸਿਸ। ਦੇਖੋ ਬੱਚੇ ਜਿੱਦਾਂ ਜਿਹੜੇ ਸੀਡਸ ਹੈਗੇ ਆ ਉਹ ਮਸਾਲੇ ਦੇ ਤੌਰ 'ਤੇ ਯੂਜ਼ ਹੁੰਦੇ ਆ। ਇੱਕ ਤੁਹਾਨੂੰ ਦਿੱਤਾ ਹੋਇਆ ਜਿਵੇਂ ਜੀਰਾ ਹੈ ਨਾ, ਮਸਾਲੇ 'ਚ ਵਿੱਚ ਹੁੰਦੇ ਆ ਨਾ ਬੀਜ। ਹੋਰ ਕਿਹੜੇ ਕਿਹੜੇ ਹੁੰਦੇ ਆ। ਕੋਰੀਐਂਡਰ ਧਨੀਆ, ਬਲੈਕ ਪਿੱਪਰ ਕਾਲੀ ਮਿਰਚ, ਸੌਂਫ, ਮੇਥੀ ਹੈ ਨਾ। ਇੱਥੇ ਤੁਸੀਂ ਨਾਮ ਲਿਖ ਸਕਦੇ ਆ। ਸੀਡ ਯੂਜ਼ ਟੂ ਪ੍ਰੀਪੇਅਰ ਫਲੋਰ। ਆਟਾ ਤਿਆਰ ਕਰਨ ਲਈ ਜਿਹੜੇ ਬੀਜ ਕੁਝ ਵੀ ਯੂਜ਼ ਹੁੰਦੇ ਆ। ਇੱਕ ਤੁਹਾਨੂੰ ਦਿੱਤਾ ਹੋਇਆ ਹੈ ਵੀਟ ਜਿਵੇਂ, ਉਹ ਤੋਂ ਇਲਾਵਾ ਜਿਵੇਂ ਰਾਈਸ ਹੈ ਨਾ, ਮੇਜ਼ ਕਣਕ, ਓਟਸ ਤੋਂ ਵੀ ਠੀਕ ਹੈ ਆਟਾ ਬਣਦਾ ਹੈ। ਸੀਡ ਯੂਜ਼ ਟੂ ਐਕਸਟ੍ਰੈਕਟ ਆਇਲ। ਕੁਛ ਜਿਹੜੇ ਬੀਜ ਹੈ ਉਹਨਾਂ ਤੋਂ ਸਾਨੂੰ ਆਇਲ ਮਿਲਦਾ ਹੈ ਜਿਵੇਂ ਕਿ ਮਸਟਰਡ, ਤਿਲ, ਸਨਫਲਾਵਰ, ਪੀਨਟਸ ਠੀਕ ਹੈ। ਅੰਕਲ ਆਈ ਲਾਈਕ ਫਲਾਵਰ। ਕਹਿੰਦੇ ਕਿ ਸੁਖਮਨ ਕਹਿੰਦੀ ਹੈ ਕਿ ਅੰਕਲ ਮੈਨੂੰ ਫੁੱਲ ਪਸੰਦ ਹਨ। ਵਿਲ ਯੂ ਗੈਟ ਮੀ ਸੀਡਸ ਆਫ ਰੋਜ਼ ਐਂਡ ਮੈਰੀਗੋਲਡ। ਕਿ ਮੈਨੂੰ ਰੋਜ਼, ਗੁਲਾਬ ਅਤੇ ਗੇਂਦੇ ਦੇ ਬੀਜ ਮਿਲ ਸਕਦੇ ਹਨ। ਸੁਖਮਨ
ਆਸਕ ਮਿਲਣਗੇ। ਸੁਖਮਨ ਆਸਕ ਮੀ, ਸੁਖਮਨ ਨੇ ਮੈਨੂੰ ਪੁੱਛਿਆ। ਡੈਫੀਨੇਟਲੀ ਮਾਈ ਸਨ, ਯਕੀਨਨ ਮੇਰੇ ਬੇਟੇ। ਸੀਡਸ ਆਫ ਮੈਰੀਗੋਲਡ ਕੈਨ ਬੀ ਕਲੈਕਟਡ, ਗੇਂਦੇ ਦੇ ਬੀਜ ਪ੍ਰਾਪਤ ਇਕੱਠੇ ਕਰ ਸਕਦੇ ਹਾਂ। ਯੂ ਨੋ ਦੈਟ ਰੋਜ਼ ਇਜ਼ ਨੋਟ ਗਰੋਨ ਵਿਦ ਸੀਡਸ, ਤੁਸੀਂ ਜਾਣਦੇ ਹੀ ਹੋ ਕਿ ਰੋਜ਼ ਜਿਹੜਾ ਗੁਲਾਬ ਹੈ ਉਹ ਬੀਜਾਂ ਤੋਂ ਨਹੀਂ ਉਗਾਇਆ ਉਗਾਇਆ ਜਾਂਦਾ। ਵਟ ਵਿਦ ਗ੍ਰਾਫਟਿੰਗ, ਇਹ ਕਲਮ ਨਾਲ ਮਿਲਦਾ ਹੈ ਸਾਨੂੰ, ਠੀਕ ਹੈ। ਤੇ ਉਸ ਤੋਂ ਬਾਅਦ ਅੰਕਲ ਵਟ ਇਜ਼ ਗ੍ਰਾਫਟਿੰਗ, ਉਹ ਕਹਿੰਦੀ ਹੈ ਕਿ ਗ੍ਰਾਫਟਿੰਗ ਕੀ ਹੈ, ਕਲਮ ਲਗਾਉਣੀ ਕੀ ਹੈ। ਇਟ ਵਿੰਗ ਇਜ਼ ਕੱਟ ਫਰੋਮ ਦ ਰੋਜ਼ ਪਲਾਂਟ ਐਂਡ ਇਟ ਇਜ਼ ਸੋਨ ਇਨ ਦਾ ਸੋਇਲ, ਕੀ ਕਹਿੰਦੇ ਇੱਕ ਜਿਹੜੀ ਟਾਹਣੀ ਹੈਗੀ ਆ ਰੋਜ਼ ਦੇ ਪਲਾਂਟ ਤੋਂ, ਗੁਲਾਬ ਦੇ ਪੌਦੇ ਤੋਂ ਕੱਟ ਲਈ ਜਾਂਦੀ ਹੈ ਅਤੇ ਉਹਨੂੰ ਮਿੱਟੀ ਦੇ ਵਿੱਚ ਦੱਬ ਦਿੱਤਾ ਜਾਂਦਾ। ਐਂਡ ਆਫਟਰ ਇਸ ਫਿਊ ਡੇਜ਼ ਦ ਲੀਵਜ਼ ਅਪੀਅਰ ਓਵਰ ਦ ਸਟੈਮ, ਅਤੇ ਕੁਛ ਦਿਨਾਂ ਬਾਅਦ ਜਿਹੜੇ ਪੱਤੇ ਹੈਗੇ ਆ ਉਹ ਟਾਹਣੀ ਦੇ ਉੱਤੇ ਨਿਕਲਣੇ ਤੁਹਾਨੂੰ ਦਿਸਣੇ ਸ਼ੁਰੂ ਹੋ ਜੂਗੇ, ਨਿਕਲ ਆ ਜਾਂਦੇ, ਠੀਕ ਹੈ। ਹੁਣ ਦੇਖੋ ਦੋ ਪਿਕਚਰਸ ਹੈ, ਰੋਜ਼ ਗ੍ਰਾਫਟਿੰਗ ਵੀ ਦੱਸੀ ਹੋਈ, ਦੂਸਰੇ ਪਾਸੇ ਇੱਕ ਤੁਹਾਨੂੰ ਪੱਥਰ ਚੱਟ ਦੀ ਪਿਕ ਦਿੱਤੀ ਹੋਈ ਆ, ਉਹਦੇ ਬਾਰੇ ਚ ਦੱਸੋ। ਤਾਂ ਦੇਖੋ ਤੁਹਾਨੂੰ ਕੀ ਦੱਸਿਆ ਹੋਇਆ ਹੈ ਕਿ ਡੂ ਯੂ ਨੋ ਦੈਟ ਪੱਥਰ ਚੱਟ ਬ੍ਰਾਈਫਿਲਮ is a plant in which new plants grow from the leaves of the same plant, ਕਹਿੰਦੇ ਕਿ ਤੁਸੀਂ ਜਾਣਦੇ ਹੋ ਜਿਹੜਾ ਪੱਥਰ ਚੱਟ ਹੈ ਉਹਦੇ ਜਿਹੜੇ ਨਵਾਂ ਪਲਾਂਟ ਕਿੱਥੋਂ ਹੁੰਦਾ, ਉਹਦੇ ਲੀਵਸ ਤੋਂ ਹੀ। ਕਿਸੇ ਸੇਮ ਉਸੇ ਤਰ੍ਹਾਂ ਦੇ ਪਲਾਂਟ ਦੇ ਪੱਤਿਆਂ ਤੋਂ ਨਵਾਂ ਪਲਾਂਟ ਬਣਦਾ ਹੈ। ਸਮ ਪਲਾਂਟਸ ਆਰ ਪਲਾਂਟਡ ਫਰੋਮ ਰੂਟਸ, ਕੁਝ ਜਿਹੜੇ ਪੌਦੇ ਹੈਗੇ ਆ ਉਹ ਜੜ੍ਹਾਂ ਤੋਂ ਦੂਜੇ ਪੌਦੇ, ਨਵੇਂ ਪੌਦੇ ਲਗਾਏ ਜਾਂਦੇ ਆ, ਜਿਵੇਂ ਕਿ ਸ਼ੱਕਰਕੰਦੀ ਜਿਹਨੂੰ ਸਵੀਟ ਪੋਟੈਟੋ ਵੀ ਕਹਿੰਦੇ ਆ, ਠੀਕ ਹੈ। ਉਸ ਤੋਂ ਬਾਅਦ ਤੁਹਾਨੂੰ ਐਕਟੀਵਿਟੀ ਦਿੱਤੀ ਹੋਈ ਹੈ। ਪਹਿਲੀ, ਲੈਟ ਅਸ ਲਰਨ ਦਾ ਪ੍ਰੋਸੈਸ ਆਫ ਗਰੋਇੰਗ ਪਲਾਂਟਸ ਫਰੋਮ ਸੀਡਸ, ਕਹਿੰਦੇ ਆਓ ਅਸੀਂ ਪਲਾਂਟਸ ਸੀਡਸ ਬੀਜ ਤੋਂ ਪੌਦਾ ਬਣਨ ਦੀ ਜਿਹੜੀ ਪ੍ਰਕਿਰਿਆ ਹੈ, ਕਿਵੇਂ ਅਸੀਂ ਪ੍ਰੋਸੈਸ ਜਿਹੜੀ ਆ ਉਹ ਅਸੀਂ ਪੜ੍ਹੀਏ, ਲਰਨ ਕਰੀਏ। ਪਹਿਲਾ, ਟੇਕ ਸਮ ਵੀਟ ਸੀਡਸ, ਕਹਿੰਦੇ ਕੁਝ ਕਣਕ ਦੇ ਬੀਜ ਲਓ। ਟੇਕ ਸਮ ਫਰਟਾਈਲ ਸੋਇਲ ਫਰੋਮ ਦਾ ਫੀਲਡ, ਅਤੇ ਕੁਝ ਖੇਤਾਂ ਦੇ ਵਿੱਚੋਂ ਉਪਜਾਊ ਮਿੱਟੀ ਲਓ। ਟੇਕ ਏ ਕੱਪ ਆਫ ਵਾਟਰ, ਇੱਕ ਕੱਪ ਪਾਣੀ ਦਾ ਲਓ। ਟੇਕ ਐਟ ਲੀਸਟ 4 ਪੋਟਸ ਗਲਾਸਿਸ ਔਰ ਬੀਕਰਸ, ਕਹਿੰਦੇ ਕਮ ਸੇ ਕਮ ਐਟ ਲੀਸਟ 4 ਪੋਟ ਜਾਂ ਫਿਰ ਗਲਾਸ ਜਾਂ ਬੀਕਰ ਲਓ। ਨੇਮ ਐਵਰੀ ਬੀਕਰਸ ਔਰ ਪੋਟਸ ਔਰ ਏ ਗਲਾਸ, ਤੁਸੀਂ ਜੋ ਵੀ ਕੋਈ ਬੀਕਰ ਲਿਆ ਹੋਣਾ, ਪੋਟ ਜਾਂ ਗਲਾਸ, ਉਹਨਾਂ ਨੂੰ ਨੇਮ ਦੇ ਦੇਣਾ ABCD ਦਾ, ਠੀਕ ਹੈ। ਇਨ ਪੋਟ ਏ ਦੇ ਵਿੱਚ ਪੁੱਟ ਸਮ ਵੀਟ, ਉਹਦੇ ਵਿੱਚ ਕੁਛ ਵੀਟ ਪਾ ਦਿਓ, ਸੀਡਸ ਪਾ ਦਿਓ ਵੀਟ ਦੀਆਂ। ਐਂਡ ਕੀਪ ਇਟ ਇਨ ਸਨਲਾਈਟ, ਅਤੇ ਉਹਨੂੰ ਸੂਰਜ ਦੀ ਰੋਸ਼ਨੀ ਦੇ ਵਿੱਚ ਰੱਖ ਦਿਓ। ਦੂਸਰਾ, ਇਨ ਬੀ ਪੋਟ ਪੁੱਟ ਸਮ ਫਰਟਾਈਲ, ਉਹਦੇ ਵਿੱਚ ਵੀ ਉਹਦੇ ਵਿੱਚ ਕੀ ਕਰਨਾ ਤੁਸੀਂ, ਫਰਟਾਈਲ ਸੋਇਲ ਕਰ ਦਿਓ, ਮਿੱਟੀ ਉਪਜਾਊ ਮਿੱਟੀ ਪਾ ਦਿਓ। ਐਡ ਏ ਫਿਊ ਸੀਡਸ, ਕੁਛ ਸੀਡਸ ਪਾ ਦਿਓ ਅਤੇ ਸਨਲਾਈਟ ਦੇ ਵਿੱਚ ਰੱਖ ਦਿਓ ਉਹਨੂੰ, ਠੀਕ ਹੈ, ਸੂਰਜ ਦੀ ਰੋਸ਼ਨੀ ਦੇ ਵਿੱਚ। ਤੀਸਰੇ ਪੋਟ ਦੇ ਵਿੱਚ ਕੁਛ ਫਰਟਾਈਲ ਸੋਇਲ ਪਾ ਦਿਓ ਅਤੇ ਕੁਛ ਸੀਡਸ ਜਿਹੜੇ ਹੈਗੇ ਆ ਵਿੱਚ ਦੱਬ ਦਿਓ, ਅਤੇ ਸਮ ਵਾਟਰ, ਪਾਣੀ ਦੇ ਦਿਓ। ਅਤੇ ਪਰ ਉਹਨੂੰ ਕਿੱਥੇ ਰੱਖ ਦਿਓ, ਕੀਪ ਇਨ ਡਾਰਕ, ਕਿਸੇ ਵੀ ਹਨੇਰੇ ਰੂਮ ਦੇ ਵਿੱਚ ਜਾਂ ਅਲਮੀਰਾ ਵਗੈਰਾ ਦੇ ਵਿੱਚ ਸੀ ਪੋਟ ਨੂੰ ਰੱਖ ਦਿਓ। ਅਤੇ ਇਨ ਪੋਟ ਡੀ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਕੁਝ ਉਪਜਾਊ ਮਿੱਟੀ ਰੱਖ ਦਿਓ, ਉਹਦੇ ਵਿੱਚ ਕੁਝ ਬੀਜ ਜਿਹੜੇ ਹੈਗੇ ਆ ਉਹ ਦੱਬ ਦਿਓ, ਪਾਣੀ ਦੇ ਦਿਓ ਉਹਨੂੰ, ਅਤੇ ਉਹਨੂੰ ਸੂਰਜ ਦੀ ਰੋਸ਼ਨੀ 'ਚ ਰੱਖ ਦਿਓ। ਵਾਚ ਆਫਟਰ ਫਿਊ ਡੇਜ਼, ਤੁਸੀਂ ਕੁਛ ਦਿਨਾਂ ਬਾਅਦ ਦੇਖੋਗੇ ਇਨ ਵਿਚ ਪੋਟ ਦਾ ਸੀਡ ਜਰਮੀਨੇਟ, ਕਿ ਕਿਹੜੇ ਪੋਟ ਦੇ ਵਿੱਚ ਜਿਹੜੇ ਸੀਡਸ ਹੈਗੇ ਆ ਉਹ ਉੱਗੇ ਹੋਏ ਆ। ਸੀਡਸ ਵਿਲ ਜਰਮੀਨੇਟ ਇਨ ਪੋਟ ਡੀ ਦੇ ਵਿੱਚ ਬੱਚੇ ਸੀਡਸ ਜਿਹੜੇ ਹੈਗੇ ਜਰਮੀਨੇਟ ਹੋਏ ਹੋਣੇ ਆ। ਵਾਈ ਡਿਡ ਸੀਡਸ ਨੋਟ ਜਰਮੀਨੇਟ ਇਨ ਅਦਰ ਪੋਟਸ, ਕਿਉਂ ਕਹਿੰਦੇ ਬਾਕੀ ਜਿਹੜੇ ਪੋਟਸ ਆ ਉੱਥੇ ਸੀਡਸ ਨਹੀਂ ਹੁੰਦੇ ਆ। ਡੂ ਯੂ ਨੋ, ਕਿ ਤੁਸੀਂ ਜਾਣਦੇ ਹੋ, ਏਅਰ ਵਾਟਰ and sunlight are required for the healthy germination of seeds, ਕਹਿੰਦੇ ਹਵਾ, ਪਾਣੀ ਅਤੇ ਜਿਹੜੀ ਸੂਰਜ ਦੀ ਰੋਸ਼ਨੀ ਇੱਕ ਵਧੀਆ ਜਿਹੜੇ ਬੀਜ ਹੈਲਦੀ ਬੀਜਣ ਲਈ ਮਤਲਬ ਕਿ ਜ਼ਰੂਰੀ ਹੈ ਸਾਰੀਆਂ ਚੀਜ਼ਾਂ। ਅਤੇ
ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਪੋਰਟ ਡੀ ਦੇ ਵਿੱਚ ਦੇਖੋ ਬੱਚੇ ਮਿਲ ਰਹੀਆਂ ਸੀਗੀਆਂ। ਉਹਦੇ ਵਿੱਚ ਫਰਟਾਈਲ ਆਪਾਂ ਸੋਇਲ ਵੀ ਦਿੱਤੀ ਹੈ, ਸੀਡਸ ਪਾਏ ਆ, ਪਾਣੀ ਵੀ ਦਿੱਤੇ। ਉਸ ਪੋਰਟ ਡੀ ਨੂੰ ਅਸੀਂ ਰੱਖਿਆ ਵੀ ਸਨਲਾਈਟ ਦੇ ਵਿੱਚ ਹੈ, ਇਸ ਕਰਕੇ ਪੋਰਟ ਡੀ ਦੇ ਵਿੱਚ ਤੁਸੀਂ ਦੇਖੋਗੇ ਕਿ ਸੀਡਸ ਜਿਹੜੇ ਹੈਗੇ ਆ ਜਰਮੀਨੇਟ ਹੋਊਗੇ। ਠੀਕ ਹੈ, ਉਸ ਤੋਂ ਬਾਅਦ ਹੈਲਦੀ ਜਰਮੀਨੇਟ ਹੋਊਗੇ। ਉਸ ਤੋਂ ਬਾਅਦ ਐਕਟੀਵਿਟੀ ਆਪਾਂ 3-2 ਕਰਨੀ ਹੈ। You can plant any seed at your home following the procedure given for pot D and fill up the proforma given below। ਕਹਿੰਦੇ ਤੁਸੀਂ ਜਿਹੜੇ ਹੈਗੇ ਆ ਹੋਰ ਜਿੱਦਾਂ ਕਿ ਕੋਈ ਹੋਰ ਬੀਜ ਲੈ ਕੇ ਆਪਣੇ ਘਰ ਦੇ ਵਿੱਚ ਸੇਮ ਇਸੀ ਤਰੀਕੇ ਦੇ ਨਾਲ ਤੁਸੀਂ ਪੋਰਟ ਡੀ ਦੇ ਵਿੱਚ ਪ੍ਰੋਸੀਜਰ ਜਿਵੇਂ ਵੀ ਆਪਾਂ ਪਿੱਛੇ ਆਪਾਂ ਐਕਟੀਵਿਟੀ ਕੀਤੀ ਆ ਉੱਦਾਂ ਦਾ ਇੱਕ ਕਹਿੰਦੇ ਉਹ ਕਰਕੇ ਪਰਫੋਰਮਾ ਬਣਾ ਸਕਦੇ ਆ। ਜਿੱਦਾਂ ਕਿ ਨੇਮ ਆਫ ਸੀਡਸ ਕਿ ਕਿਹੜਾ ਤੁਸੀਂ ਸੀਡ ਲਿਆ ਹੈ, ਡੇਟ ਆਫ ਸੋਇੰਗ ਤੁਸੀਂ ਕਿਸ ਡੇਟ ਨੂੰ ਉਹਨੂੰ ਬੀਜਿਆ ਹੈ, ਡੇਟ ਆਫ ਜਰਮੀਨੇਸ਼ਨ ਕਿ ਕਦੋਂ ਹੋਊਗੇ ਹੈ, ਹਾਈਟ ਆਫ ਪਲਾਂਟ ਆਫਟਰ 7 days ਆਫ ਜਰਮੀਨੇਸ਼ਨ ਕਿ ਉੱਗਣ ਤੋਂ ਬਾਅਦ 7 ਦਿਨ ਬਾਅਦ ਉਹਦੀ ਕੀ ਹਾਈਟ ਹੈ, ਹਾਈਟ ਆਫ ਪਲਾਂਟਸ ਆਫਟਰ 15 days ਆਫ ਜਰਮੀਨੇਸ਼ਨ ਅਤੇ ਉੱਗਣ ਤੋਂ ਬਾਅਦ 15 ਦਿਨ ਬਾਅਦ ਉਹਦੀ ਕੀ ਹਾਈਟ ਹੈ। ਮਤਲਬ ਕਿ ਇਹ ਵੀ ਵਿੱਚ ਤੁਹਾਡੀ ਐਕਟੀਵਿਟੀ ਹੈ। ਨੀਚੇ ਹੈਗਾ ਸੁਖਮਨ ਐਂਡ ਆਈ ਟੁਕ ਐਮਟੀ ਲੰਚ ਬਾਕਸਿਸ ਐਂਡ ਸਟਾਰਟਡ ਬੈਕ ਟੂਵਰਡਸ ਹੋਮ। ਕਹਿੰਦੇ ਸੁਖਮਨ ਨੇ ਅਤੇ ਮੈਂ ਫਿਰ ਖਾਲੀ ਜਿਹੜੇ ਬਾਕਸ ਹੈ ਲੰਚ ਬਾਕਸ ਸੀਗੇ ਉਹ ਚੁੱਕੇ ਅਤੇ ਘਰ ਵੱਲ ਨੂੰ ਤੁਰ ਪਏ। ਵਾਈਲ ਪਾਸਿੰਗ ਬਾਏ ਨੀਅਰ ਬਾਏ ਬਿਲਡਿੰਗ, ਜਦੋਂ ਅਸੀਂ ਕਹਿੰਦੇ ਕਿ ਇੱਕ ਬਿਲਡਿੰਗ ਦੇ ਕੋਲੋਂ ਲੰਘ ਰਹੇ ਸੀਗੇ, ਸੁਖਮਨ ਸੈਡ ਹੋਲਡਿੰਗ ਮਾਈ ਆਰਮ, ਸੁਖਮਨ ਨੇ ਮੇਰੀ ਬਾਂਹ ਫੜ ਕੇ ਪੁੱਛਿਆ, ਅੰਕਲ ਸੀ ਪਲਾਂਟਸ ਆਰ ਗਰੋਨ ਔਨ ਦਾ ਰੂਫ। ਕਹਿੰਦੇ ਕਿ ਦੇਖੋ ਰੂਫ ਦੇ ਉੱਤੇ, ਛੱਤ, ਰੂਫ ਬੱਚੇ ਛੱਤ ਹੁੰਦੀ ਹੈ, ਛੱਤ ਦੇ ਉੱਤੇ ਕਹਿੰਦੇ ਪੌਦੇ ਉੱਗੇ ਹੋਏ ਹਨ। who has planted them on the roof, ਕਹਿੰਦੇ ਕਿਹਨੇ ਪਲਾਂਟ ਜਿਹੜੇ ਹੈਗੇ ਰੂਫ ਦੇ ਉੱਤੇ ਛੱਤ ਦੇ ਉੱਤੇ ਉਗਾਇਆ ਹੋਇਆ ਇਹਨਾਂ ਨੂੰ। ਨੋ ਸੁਖਮਨ ਕਿਹਾ ਕਿ ਨਹੀਂ ਸੁਖਮਨ, no one planted these plants, ਕਹਿੰਦੇ ਕਿਸੇ ਨੇ ਇਹ ਪੌਦੇ ਲਗਾਏ ਨਹੀਂ ਹੈ। seeds might have reached on the roof top somehow, ਕਹਿੰਦੇ ਜਿਹੜੇ ਸੀਟ ਹੈ ਉਹ ਕਿਸੇ ਤਰੀਕੇ ਦੇ ਨਾਲ ਛੱਤ ਦੇ ਉੱਪਰ ਪਹੁੰਚ ਗਏ। ਸੁਖਮਨ ਆਸਕ ਹਾਊ, ਸੁਖਮਨ ਨੇ ਕਿਹਾ ਕਿਵੇਂ। ਮਾਈ ਸਨ ਸੀਡਸ ਆਰ ਕੈਰੀਡ ਅਵੇ ਫਰੋਮ ਵਨ ਪਲੇਸ ਟੂ ਅਨਦਰ ਬਾਏ ਮੈਨੀ ਵੇਜ਼, ਕਹਿੰਦੇ ਮੇਰੇ ਬੇਟੇ ਕਿ ਜਿਹੜੇ ਸੀਡਸ ਹੈਗੇ ਆ ਉਹ ਬਹੁਤ ਸਾਰੇ ਤਰੀਕਿਆਂ ਦੇ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚ ਜਾਂਦੇ ਹੈ। ਫੋਰ ਐਗਜ਼ਾਮਪਲ ਉਦਾਹਰਨ ਦੇ ਤੌਰ 'ਤੇ ਦ ਬਰਡਸ ਟੇਕ ਫਰੂਟਸ ਟੂ ਦ ਰੂਫ ਐਂਡ ਈਟ ਦੈਮ, ਕਿ ਜਿਹੜੇ ਬਰਡਸ ਹੈਗੇ ਆ ਉਹ ਫਰੂਟਸ ਨੂੰ ਰੂਫ ਦੇ ਉੱਤੇ ਲੈ ਜਾਂਦੇ ਆ, ਉੱਥੇ ਖਾ ਲੈਂਦੇ ਆ। ਦ ਸੀਡਸ ਆਰ ਲੈਫਟ ਔਨ ਦਾ ਰੂਫ, ਅਤੇ ਜਿਹੜੇ ਬੀਜ ਹੈ ਉਹ ਰੂਫ ਦੇ ਉੱਤੇ ਹੀ ਛੱਡ ਦਿੰਦੇ ਆ, ਛੱਤ ਦੇ ਉੱਤੇ ਹੀ ਰਹਿ ਜਾਂਦੇ ਆ। ਦ ਸੀਡਸ ਆਫ ਏ ਵਾਈਲਡ ਪਲਾਂਟ ਅੱਖ are hairy and are carried by wind from one place to another। ਇਸੀ ਤਰ੍ਹਾਂ ਕਹਿੰਦੇ ਕਿ ਜਿਹੜਾ ਜੰਗਲੀ ਪੌਦਾ ਅੱਕ ਹੈ ਨਾ, ਉਹ ਵੀ ਹਵਾ ਦੇ ਨਾਲ ਇੱਕ ਥਾਂ ਤੋਂ ਦੂਜੀ ਥਾਂ 'ਤੇ ਚੱਲ ਜਾਂਦਾ ਹੈ। ਬੀਜ ਡਿਊ ਟੂ ਇਟਸ ਵੇਟ ਐਂਡ ਸਾਈਜ਼, ਉਹਦਾ ਮਤਲਬ ਕਿ ਵੇਟ ਵੀ ਘੱਟ ਹੁੰਦਾ ਹੈ, ਸਾਈਜ਼ ਵੀ ਛੋਟਾ ਹੁੰਦਾ ਇਸ ਕਰਕੇ ਹੈ ਨਾ। ਦ ਸੀਡਸ ਆਫ ਸ਼ੂਗਰ ਕੈਨ ਕਾਂਗਰਸ ਗ੍ਰਾਸ ਜਿਹੜਾ ਹੁੰਦਾ ਹੈ ਨਾ, ਕਾਂਗਰਸ ਗ੍ਰਾਸ ਉਹ ਵੀ ਫਲਾਈ ਇਨ ਏਅਰ, ਹਵਾ ਦੇ ਵਿੱਚ, ਉਹ ਵੀ ਬੱਚੇ ਬਹੁਤ ਜ਼ਿਆਦਾ ਲਾਈਟ ਹੁੰਦਾ ਹੈ, ਉਹ ਹਵਾ ਦੇ ਵਿੱਚ ਉੱਡ ਕੇ ਐਂਡ ਰੀਚ ਡਿਫਰੈਂਟ ਪਲੇਸਿਸ 'ਤੇ ਅਲੱਗ-ਅਲੱਗ ਥਾਵਾਂ 'ਤੇ ਪਹੁੰਚ ਜਾਂਦਾ ਹੈ। ਪੁੱਠ ਕੰਡਾ ਐਂਡ ਗੁੱਟ ਪਟਨਾ ਯੂਜ਼ਲੀ ਸਟਿਕ ਟੂ ਦ ਬੋਡੀਜ਼ ਆਫ ਐਨੀਮਲਸ ਐਂਡ ਰੀਚ ਅਦਰ ਪਲੇਸਿਸ, ਕਿ ਜਿਹੜਾ ਪੁੱਠ ਕੰਡਾ ਹੈ ਅਤੇ ਗੁੱਟ ਕੰਡਾ ਜਿਹੜਾ ਹੈ ਉਹ ਕੀ ਕਰਦੇ ਆ, ਉਹ ਐਨੀਮਲਸ ਦੀ ਸਰੀਰ ਦੇ ਨਾਲ ਚਿਪਕ ਜਾਂਦੇ ਹੈ ਅਤੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਪਹੁੰਚ ਜਾਂਦੇ ਹੈ। ਵਾਟਰ ਲਿਲੀ ਐਂਡ ਵਾਟਰ ਹਾਈਸਿੰਥ ਜਿਹੜੀ ਹੈ, ਵਾਟਰ ਲਿਲੀ ਅਤੇ ਹਾਈਸਿੰਥ ਜਿਹੜੀ ਆ ਉਹ ਵੀ ਟਰੈਵਲ ਕਰਦੇ ਆ ਵਾਟਰ ਦੇ ਵਿੱਚ ਹੀ ਇੱਕ ਥਾਂ ਤੋਂ ਦੂਜੀ ਥਾਂ ਦੇ ਵਿੱਚ ਜਾਣ ਲਈ।